ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਜਿਸ ਪਾਵਨ ਪਵਿੱਤਰ ਸਥਾਨ ਉੱਤੇ ਸੁਭਾਏਮਾਨ ਹੋ, ਜੁੜ ਬੈਠੇ ਹੋ, ਇਸ ਸਥਾਨ ਦਾ ਨਾਮ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ। ਇਸ ਨਗਰ ਦਾ ਨਾਮ ਹੈ ਸ਼੍ਰੀ ਅਨੰਦਪੁਰ ਸਾਹਿਬ। ਇਸ ਨਗਰ ਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 19 ਜੂਨ ਸੰਨ 1665 ਨੂੰ ਆਪ ਵਸਾਇਆ। ਇਸ ਨਗਰ ਦੀ ਮੋਹੜੀ ਬਾਬਾ ਬੁੱਢਾ ਜੀ ਦੀਆਂ ਅੰਸ਼ ਬਾਬਾ ਗੁਰਦਿੱਤਾ ਜੀ ਦੇ ਹੱਥਾਂ ਤੋਂ ਗੜਵਾਈ ਔਰ ਇਸ ਨਗਰ ਦਾ ਨਾਮ ਚੱਕ ਮਾਤਾ ਨਾਨਕੀ ਰੱਖਿਆ ਗਿਆ। ਬਾਅਦ ਵਿੱਚ ਅਨੰਦਪੁਰ ਸਾਹਿਬ ਕਰਕੇ ਪ੍ਰਸਿੱਧ ਹੋਇਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਦੂਰ ਦੁਰਾਡੇ ਸੁਨੇਹੇ ਭੇਜ ਕੇ ਸਿੱਖ ਸੰਗਤ ਨੂੰ ਵਿਸ਼ੇਸ਼ ਕਰਕੇ ਹੁਕਮਨਾਮੇ ਦੇ ਕੇ ਬੁਲਾਇਆ। ਸੰਗਤਾਂ ਚੱਲ ਕੇ ਆਈਆਂ, ਪਹੁੰਚੀਆਂ। ਭਾਰੀ ਦੀਵਾਨ ਸਜਿਆ। ਸਜੇ ਹੋਏ ਦੀਵਾਨ ਦੇ ਵਿੱਚ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਹੱਥ ਦੇ ਵਿੱਚ ਸ਼੍ਰੀ ਸਾਹਿਬ ਪਕੜ ਕੇ ਉੱਚੀ ਆਵਾਜ਼ ਵਿੱਚ ਖੜੇ ਹੋ ਕੇ ਸਿਰ ਦੀ ਮੰਗ ਕੀਤੀ, ਉੱਠੇ ਕੋਈ ਆਪਣਾ ਸੀਸ ਭੇਟ ਦੇਵੇ। ਗੁਰੂ ਜੀ ਨੇ ਹੁਕਮ ਕੀਤਾ ਅਤੇ ਗੁਰੂ ਜੀ ਦੀ ਆਵਾਜ਼ ਸੁਣ ਕੇ ਭਾਈ ਦਇਆ ਰਾਮ ਨਾਂ ਦਾ ਇੱਕ ਸਿੱਖ ਉੱਠ ਕੇ ਆਇਆ, ਮਹਾਰਾਜ ਅੱਗੇ ਆਪਣਾ ਸੀਸ ਭੇਟ ਕੀਤਾ। ਗੁਰੂ ਜੀ ਨੇ ਦੂਸਰੀ ਆਵਾਜ਼ ਫੇਰ ਮਾਰੀ, ਇਉਂ ਫੇਰ ਦੂਜਾ ਸਿੱਖ ਆਇਆ। ਇਉਂ ਗੁਰੂ ਜੀ ਨੇ 5 ਵਾਰ ਸਿਰ ਮੰਗੇ ਅਤੇ ਵਾਰ ਕਰਕੇ 5 ਸਿੱਖ ਸਾਹਮਣੇ ਆਏ, ਜਿਨ੍ਹਾਂ ਦੇ ਵਿੱਚ ਭਾਈ ਦਇਆ ਰਾਮ, ਭਾਈ ਧਰਮ ਚੰਦ, ਭਾਈ ਮੋਹਕਮ ਰਾਏ, ਭਾਈ ਹਿੰਮਤ ਚੰਦ, ਭਾਈ ਸਾਹਿਬ ਚੰਦ, ਇਹ 5 ਸਿੱਖ ਸਨ। 5 ਨੇ ਆਪਣਾ ਸੀਸ ਭੇਟ ਕੀਤਾ। ਇਹਨਾਂ 5 ਦੇ ਕੋਲੋਂ ਗੁਰੂ ਜੀ ਨੇ ਇਹਨਾਂ ਦੀ ਭੇਟਾ ਪ੍ਰਵਾਨ ਕਰਨ ਤੋਂ ਬਾਅਦ 1-2 ਤਾਰਾ ਖੰਡਾ ਲਿਆ, ਸਰਬਲੋ ਦਾ ਬਾਟਾ ਲਿਆ। ਸਰਬਲੋ ਦੇ ਬਾਟੇ ਦੇ ਅੰਦਰ ਜਲ ਪਾਇਆ ਸਤਲੁਜ ਦਰਿਆ ਦਾ। ਮਾਤਾ ਜੀਤਾ ਜੀ ਨੇ ਪਤਾਸੇ ਪਾਏ। ਕਈ ਥਾਈਂ ਮਾਤਾ ਸਾਹਿਬ ਕੌਰ ਕਹਿੰਦੇ ਆ, ਇਹ ਗੱਲ ਧਿਆਨ ਰੱਖਿਓ। ਮਾਤਾ ਸਾਹਿਬ ਕੌਰ ਦਾ ਗੁਰੂ ਕਲਗੀਧਰ ਮਹਾਰਾਜ ਨਾਲ ਵਿਆਹ ਸੰਨ 1700 ਦੇ ਵਿੱਚ ਹੁੰਦਾ ਹੈ। ਪਹਿਲਾ ਅੰਮ੍ਰਿਤ ਸੰਚਾਰ 1699 ਦੀ ਵਿਸਾਖੀ ਨੂੰ ਹੁੰਦਾ ਹੈ। ਮਾਤਾ ਸਾਹਿਬ ਕੌਰ ਜੀ ਉਦੋਂ ਤੱਕ ਅਨੰਦਪੁਰ ਸਾਹਿਬ ਆਏ ਵੀ ਨਹੀਂ ਸੀ। ਇਸ ਲਈ ਧਿਆਨ ਰੱਖੋ ਇਹ ਗੱਲਾਂ ਦਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਿੱਚ ਵੀ ਹੁਣ ਇਹ ਲਾ ਦਿੱਤਾ ਕਿ ਮਾਤਾ ਸਾਹਿਬ ਕੌਰ ਨੇ ਪਤਾਸੇ ਪਾਏ ਆ। ਪਤਾ ਨਹੀਂ ਉਹ ਕਿਹੜਾ ਇਤਿਹਾਸ ਪੜ੍ਹਦੇ ਆ ਜਾਂ ਕਿਹੜੇ ਵਿਦਵਾਨ ਲਿਖਦੇ ਆ, ਪਰ ਕਮ ਸੇ ਕਮ ਧਿਆਨ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ। ਰਹੋ ਵਿਚਾਰ। ਮਾਤਾ ਜੀਤਾ ਜੀ ਨੇ ਪਤਾਸੇ ਪਾਏ। ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਨੇ ਉਸ ਸਰਬਲੋ ਦੇ ਵਾਟੇ ਦੇ ਅੰਦਰ 2 ਤਾਰਾ ਖੰਡਾ ਫੇਰ ਕੇ 5 ਬਾਣੀਆਂ ਜਪ ਜਾਪ ਸਵਈਏ ਚੌਪਈ ਅਤੇ ਆਨੰਦ ਸਾਹਿਬ 5 ਬਾਣੀਆਂ ਪੜ੍ਹੀਆਂ। 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ। ਫਿਰ ਉਹਨਾਂ 5 ਨੂੰ ਪਹਿਲਾਂ ਛਕਾਇਆ, ਨੇਤਰਾਂ 'ਚ ਪਾਇਆ, ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੱਖ ਵਿੱਚ ਪਾਇਆ, ਸੀਸ ਵਿੱਚ ਪਾਇਆ, ਮੁੜ ਸੁਰਜੀਤ ਕੀਤਾ, ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਫਿਰ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਤੋਂ ਬਾਅਦ ਉਹਨਾਂ ਦੇ ਕੋਲੋਂ ਆਪ ਅੰਮ੍ਰਿਤ ਛਕਿਆ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ। ਰਹਿਤ ਵਹਿਤ ਦ੍ਰਿੜ ਕਰਾਈ, ਆਪਣੇ ਉੱਤੇ ਵੀ ਰਹਿਤ ਉਹੀ ਧਾਰਨ ਕੀਤੀ ਮਹਾਰਾਜ ਨੇ। ਤਾਂ ਆਓ ਜਿਸ 2 ਤਾਰੇ ਖੰਡੇ ਦੇ ਨਾਲ ਵਡਭਾਗੇ ਹਾਂ ਉਸੇ ਅਸਥਾਨ ਦੇ ਉੱਤੇ ਜਿੱਥੇ ਗੁਰੂ ਕਲਗੀਧਰ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਉਸੇ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਓ ਉਸ 2 ਤਾਰੇ ਖੰਡੇ ਦੇ ਦਰਸ਼ਨ ਕਰਦੇ ਹਾਂ, ਜਿਸ 2 ਤਾਰੇ ਖੰਡੇ ਦੇ ਨਾਲ ਕਲਗੀਧਰ ਪਿਤਾ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ। ਭਾਈ ਸਾਹਿਬ ਦੇ ਸੱਜੇ ਹੱਥ ਦੇ ਅੰਦਰ ਪ੍ਰੇਮ ਨਾਲ ਦਰਸ਼ਨ ਕਰੋ। ਇਹ ਉਹੀਓ 2 ਤਾਰਾ ਖੰਡਾ ਹੈ ਜਿਸ ਨਾਲ ਗੁਰੂ ਕਲਗੀਧਰ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਸੰਚਾਰ ਕੀਤਾ, ਖਾਲਸਾ ਪੰਥ ਸਾਜਨਾ ਕੀਤਾ। ਭਾਈ ਸਾਹਿਬ ਦੇ ਖੱਬੇ ਹੱਥ ਅੰਦਰ
जिस शस्त्र के आप जी दर्शन कर रहे हो ਇਹਦਾ नाम है कटार। ये कटार गुरु गोबिंद सिंह महाराज सच्चे पातशाह जी की है। हथों हथी लड़ाई में सतगुरु जी नूं वरत्या करते सन। शेर का शिकार भी ये नाल कीता जा सकता है। बड़ी सोहनी बहुत नायाब बड़ी तरीके नाल बनी हुई ये उत्ते हाथी के चित्र बने हुए आ, कढ़ाई कढ़ी हुई है। गुरु कलगीधर महाराज जी की एक कमर कसे का शस्त्र, नाम है इसका कटार। ये जिस शस्त्र के आप जी दर्शन कर रहे हो इसका नाम है नागणी बरछा। पहाड़ी राजिਆਂ ने जिस वेले वेख्या कि कई महीने आनंदपुर साहब नूं घेरा पा के भी कुछ हथ ना लगा, उन्होंने एक स्कीम बनाई कि सवेर हुंदियां नूं एक हाथी नूं पूरा शरीर नूं लोहे के तवियां नाल मढ़ दिता जाएगा, सुंड नाल वड्डी जी तलवार बन दी जाएगी, शराब पिला दी जाएगी, ढक के लोहगढ़ किले तक लैके जाया जाएगा। लोहगढ़ किला वो है जिथे गुरु जी के लोहे के जिन्ने शस्त्र सन उत्थे बनते सन, शस्त्रां की फैक्ट्री सी उत्थे। पहाड़ी राजिਆਂ की ये मन की इच्छा सी कि अगर हाथी दरवाजे नूं तोड़ देंदा है टक्कर मार के तो पिछे फौज होएगी, अंदर जाके किले ते कब्जा कर लवांगे। अगर शस्त्रां ते कब्जा कर लिया तो गुरु जी काहदे नाल लड़नगे, क्योंकि शस्त्र तो बिना तो सूरमा किसी काम नहीं हुंदा। शस्त्र तो बिना सूरमा काहदा लड़नगे, किवें हथियार सुट्टणगे। जदों उन्हां दी इस गल दा गुरु जी नूं पता लगा, संगत रात नूं शाम नूं ਸਿੰਘਾਂ ने आख्या महाराज की कीता जावे, कौन लड़ेगा। दीवान विच बैठे सी महाराज, कहंदे फिर आ देखो आ दुनी चंद है अपने कोल। तुरदा सी जदों धक्के मारदा सी दूजिਆਂ नूं, जदों प्रशादा छकदा सी ते टोकरा खा जाया करदा ते कल्ला ही कहंदा सी मेरे वर्गा कोई बहादुर नहीं। तुरदा भी हाथी वांगू, खुराक भी हाथी जिन्नी। महाराज कहंदे गुरु घर दा हाथी कदों काम आऊगा। जदों दुनी चंद नूं पता लग्या त्रेलियां आ गईयां मत्थे ते। आहा रात नूं कदे भाई उदय सिंह कोल जांदा, कदे भाई दया सिंह कोल जांदा, कदे किसे कोल जांदा। वो हाथी नाल बंदा किवें लड़ूगा। तुसीं महाराज नूं कहो, गुरु जी नूं समझाओ भी बंदा नहीं लड़ सकदा। हुण उहनूं की पता भी गुरु चाहे तो गुरु ते घाह तो भी सूरमताई वाले काम लै सकता है। गुरु समर्थ है, गुरु आम नहीं है। पर दुनी चंद ते ये गल का असर ना होया। वो गुरु जी की कह लो कि ताकत नूं ना जान सकिया। रात नूं किले की कंध टप के भज गया, लत्त तड़ाई अपने पिंड पहुंचा। सवेर हुई, जंग शुरू होया। सिंह कहंदे महाराज हुण की करिए। गुरु जी कहंदे लियाओ दुनी चंद। कहंदे जी नट गया उदे, लभदा नहीं। गुरु जी हसे मुस्कराए, कहंदे सिंह कहंदे जी हुण कौन। सामने भाई बचित्र सिंह खड़ा, छोटे जे कद दा, बड़ा फुर्तीला जवान। गुरु जी कहंदे बचित्र सिंह नूं दिओ नागणी बरछा। दित्ता महाराज ने। कहंदे लै बचित्र सिंह मेरे शेरा, जा उस हाथी का मुकाबला कर। हथ जोड़ के चरना ते सिर झुका के कहंदा महाराज मैं नहीं लड़ सकदा, लड़ना तुसी है। बस मैनू हुक्म करता, मैं तो काम करना, लड़ना तुसी है। महाराज कहंदे जा पाड़ दे उहदा हाथी दे मत्थे ते लगे तवियां। पाड़ ते उदों ही गए जदों गुरु गोबिंद सिंह जी ने कह दिता। भाई बचित्र सिंह ने यह नागणी वरछा लैके घोड़े ते सवार होके जाके हाथी नूं ललकारिया। सामने आउंदे नूं हाथी ऐन मदमस्त झूलदा अगे आया। भाई बचित्र सिंह ने गुरु कलगीधर महाराज सच्चे पातशाह का ध्यान धर के उच्ची दिने ला के जकारा बोले सोनिहाल सत श्री अकाल कह के नागणी बरछा मारिया घुमा के हाथी के मत्थे च। ਉਹਦੇ मत्थे ਦੇ ਉੱਤੇ ਬੰਨੇ ਹੋਏ ਤਵਿਆਂ ਨੂੰ ਪਾੜ ਕੇ ਬਰਮੇ ਦੀ ਤਰ੍ਹਾਂ ਮਧਾਣੀ ਦੀ ਤਰ੍ਹਾਂ ਹਾਥੀ ਦੇ ਮੱਥੇ 'ਚ ਜਾ ਧਸਿਆ। ਭਾਈ ਸਾਹਿਬ ਨੇ ਘਮਾਇਆ, ਰਿੜਕਿਆ ਵਿੱਚ, ਕੱਢਿਆ ਬਾਹਰ, ਖਿੱਚਿਆ ਜਦੋਂ ਤੇ ਹਾਥੀ ਦੇ ਮੱਥੇ 'ਚ ਖੂਨ ਦੀ ਧਾਰ ਵਹਿ ਤੁਰੀ। ਹਾਥੀ ਪਿਛਾਂ ਨੂੰ ਦਰਦ ਦਾ ਮਾਰਾ ਪਿਛਾਂ ਨੂੰ ਆਪਣੀਆਂ ਫੌਜਾਂ ਨੂੰ ਲਤਾੜਦਾ ਚਲਾ ਗਿਆ। ਤੇ ਇਹ ਉਹ ਨਾਗਣੀ ਮਰਛਾ ਹੈ ਜਿਸ ਦੇ ਨਾਲ ਭਾਈ ਬਚਿੱਤਰ ਸਿੰਘ ਨੇ उस मस्त हाथी का मुकाबला किया। आप जी दर्शन कर रहे हो।
ਸਤਿ ਸ਼੍ਰੀ ਅਕਾਲ। ਅੱਜ ਸ਼ਸਤਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਇਹ ਸ਼ਸਤਰ ਦਾ ਨਾਮ ਹੈ ਕਰਪਾ ਬਰਛਾ, ਅਣਖ ਗੈਰਤ ਦਾ ਪ੍ਰਤੀਕ। ਇਹਦੇ ਨਾਲ ਦੋ ਸਾਖੀਆਂ ਪ੍ਰਸਿੱਧ ਨੇ। ਪਹਿਲੀ ਸਾਖੀ ਗੁਰੂ ਕਲਗੀਧਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਸਮੇਂ ਗੁਰੂ ਕੀ ਲਾਹੌਰ ਨਗਰ, ਜੋ ਅਨੰਦਪੁਰ ਸਾਹਿਬ ਇੱਥੋਂ 11-12 ਕਿਲੋਮੀਟਰ ਪੈਂਦਾ ਹੈ, ਅਤੇ ਆਪ ਜੀ ਜ਼ਰੂਰ ਦਰਸ਼ਨ ਕਰੋ। ਸਾਡੇ ਨਾਨਕੇ ਪਿੰਡ ਹੈ ਗੁਰੂ ਕੀ ਲਾਹੌਰ, ਸਾਡੇ ਨਾਨਕੇ ਆ। ਜਦੋਂ ਉੱਥੇ ਨਗਰ ਵਸਾਇਆ, ਸੰਗਤ ਨੇ ਬੇਨਤੀ ਕੀਤੀ ਬਾਕੀ ਤਾਂ ਸਭ ਠੀਕ ਹੈ, ਆਰਜੀ ਨਗਰ ਵਸਾਇਆ ਸੀ ਉੱਥੇ। ਇੱਥੇ ਮਹਾਰਾਜ ਜੀ ਪਾਣੀ ਦੀ ਬੜੀ ਦਿੱਕਤ ਹੈ। ਗੁਰੂ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਜੀ ਘੋੜੇ 'ਤੇ ਸਵਾਰ ਸਨ। ਮਹਾਰਾਜ ਨੇ ਉੱਥੇ ਖੜਿਆਂ ਖੜਿਆਂ ਮਾਰਿਆ ਬਰਛਾ ਪੱਥਰ 'ਚ ਥੱਲੇ ਧਰਤੀ 'ਚ, ਜਿੱਥੇ ਤੱਕ ਪਾਣੀ ਦੀ ਸਤ੍ਹਾ ਸੀ ਪੱਥਰ ਪਾੜਤਾ ਅਤੇ ਉੱਥੋਂ ਪਾਣੀ ਨਿਕਲਿਆ। ਦੂਜੀ ਵਾਰ ਫਿਰ ਮਾਰਿਆ, ਫਿਰ ਨਿਕਲਿਆ। ਤੀਜੀ ਵਾਰ ਫਿਰ ਮਾਰ ਕੇ ਪੁੱਟਿਆ, 3 ਜਲ ਦੀਆਂ ਨਿਰਮਲ ਧਾਰਾਂ ਨਿਕਲ ਆਈਆਂ। ਕਿਵੇਂ ਨਿਕਲੀਆਂ ਮੈਂ ਨਹੀਂ ਮੰਨਦਾ, ਮੰਨਿਆ ਨਹੀਂ ਜਾਂਦਾ, ਇਹ ਨਹੀਂ ਮੈਂ ਕਹਿ ਸਕਦਾ। ਜੇ ਕਿਸੇ ਨੂੰ ਕੋਈ ਤਰਕ ਹੈ ਜਾ ਕੇ ਦੇਖ ਲਓ, ਹੁਣ ਵੀ ਉੱਦਾਂ ਹੀ ਉੱਥੋਂ ਨਿਕਲਦਾ ਹੈ। ਇੰਨਾ ਨਿਕਲਦਾ ਕਿ ਉੱਥੋਂ ਜਲ ਨਿਕਲ ਕੇ ਪੱਥਰਾਂ ਦੇ ਵਿੱਚੋਂ ਕੁੰਡ ਬਣਿਆ, ਲਾਗੇ ਸਰੋਵਰ ਬਣਿਆ, ਉਹ ਭਰਦਾ ਹੈ। ਸਰੋਵਰ ਭਰ ਜਾਂਦਾ, ਆਲੇ ਦੁਆਲੇ ਦੇ ਲੋਕ ਵਰਤਦੇ ਆ ਉਸ ਜਲ ਨੂੰ। ਇੰਨਾ ਮਿੱਠਾ ਸ਼ੁੱਧ ਜਲ ਹੈ। ਮਹਾਰਾਜ ਨੇ ਉੱਥੇ ਇਸ ਤਰੀਕੇ ਦੇ ਨਾਲ ਇਸ ਬਰਛੇ ਨੂੰ ਮਾਰ ਕੇ ਪੁੱਟ ਕੇ ਮਾਰਿਆ, ਪੁੱਟਿਆ, ਮਾਰਿਆ, ਫਿਰ ਪੁੱਟਿਆ, ਬਚਨ ਕੀਤਾ। ਇਹ ਤ੍ਰਿਵੇਣੀ ਸਾਹਿਬ ਕਰਕੇ ਇਸ ਸਥਾਨ ਦਾ ਨਾਮ ਹੋਏਗਾ ਅਤੇ ਇਹ ਸਾਡੀ ਵਿਆਹ ਦੀ ਨਿਸ਼ਾਨੀ ਸਦੀਆਂ ਤੱਕ ਕਾਇਮ ਰਹੇਗੀ, ਜੋ ਹੁਣ ਵੀ ਹੈ। ਪਹਿਲੀ ਸਾਖੀ। ਦੂਜੀ, ਪਹਾੜੀ ਰਾਜਿਆਂ ਦੇ ਵਿੱਚ ਇੱਕ ਰਾਜਾ ਸੀ ਜਿਹਦਾ ਨਾਂ ਸੀ ਕੇਸਰੀ ਚੰਦ ਰਾਜਾ। ਕੇਸਰੀ ਚੰਦ ਰਾਜੇ ਨੇ ਕਸਮ ਖਾਧੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੈਂ ਜਾ ਕੇ ਲੜਾਂਗਾ, ਮੈਦਾਨੇ ਜੰਗ 'ਚ ਲਲਕਾਰਾਂਗਾ। ਅਤੇ ਉਹਨੇ ਮਨਹੂਸ ਰਾਜੇ ਨੇ ਇਹ ਗੱਲ ਆਖੀ, ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਉਂਗਾ। ਉਹਨੇ ਇਹ ਗੱਲ ਆਖੀ। ਸਿੱਖ ਗੁਰੂ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਕਰੇ, ਗੁਰੂ ਦੀ ਇੱਜ਼ਤ ਅਣਖ ਨੂੰ ਲਲਕਾਰੇ, ਸਿੱਖ ਇਹ ਸਹਿ ਨਹੀਂ ਸਕਦਾ। ਜਾਂ ਤਾਂ ਉਹ ਸਿੱਖ ਨਹੀਂ ਹੈ ਫਿਰ, ਜੇ ਕੋਈ ਗੁਰੂ ਦੀ ਨਿੰਦਿਆ ਸੁਣੇ, ਅਤੇ ਜੇ ਕੋਈ ਕਰੇ ਫਿਰ ਉਹਨੂੰ ਚਾਟਾ ਨਾ ਛਕਾਵੇ, ਉਹਨਾਂ ਚਿਰ ਚੈਨ ਨਹੀਂ ਪੈਂਦਾ ਸਿੱਖ ਨੂੰ ਫਿਰ। ਅਤੇ ਉਹਨੇ ਜਦੋਂ ਇਹ ਗੱਲ ਆਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੈਂ ਸਿਰ ਵੱਢ ਕੇ ਲਿਆਊਂ, ਭਾਈ ਉਦੈ ਸਿੰਘ ਤੋਂ ਇਹ ਗੱਲ ਝੱਲੀ ਨਾ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਉਹ ਰਾਜਾ ਜਿਹੜਾ ਇਹ ਗੱਲ ਕਹਿੰਦਾ, ਹੁਣ ਮੈਨੂੰ ਸੇਵਾ ਬਖਸ਼ ਦਿਓ ਇੱਕ ਵਾਰ, ਮੈਂ ਉਹਨੂੰ ਦੇਖਣਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਫਿਰ ਆਹ ਬਰਛਾ ਦਿੱਤਾ ਆਪਣੇ ਹੱਥ ਦਾ। ਕਹਿੰਦੇ ਜਾ ਫਿਰ ਉਹਦਾ ਸਿਰ ਵੱਢ ਕੇ ਇਹਦੀ ਨੋਕ 'ਤੇ ਟੰਗ ਕੇ ਲੈ ਜਾ। ਥਾਪੜਾ ਦੇ ਕੇ ਤੁਰਿਆ। ਕੇਸਰੀ ਚੰਦ ਰਾਜੇ ਨੂੰ ਲਲਕਾਰਿਆ, ਓਏ ਰਾਜਿਆ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਲੜਨ ਦੀਆਂ ਗੱਲਾਂ ਕਰਦਾ ਹੈ? ਉਹ ਮੈਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਦੇ ਨਾਲ ਜੁੱਤੀ ਪਾਈ ਹੋਈ ਦੇ ਨਾਲ ਲੱਗਿਆ ਹੋਇਆ ਧੂੜ ਦਾ ਕਿਣਕਾ ਹੁੰਦਾ ਨਹੀਂ? ਮੈਂ ਤੇ ਉਹ ਧੂੜ ਦੇ ਕਿਣਕੇ ਦਾ ਵੀ 1000ਵੇਂ ਹਿੱਸੇ ਵਰਗਾ ਨਹੀਂ ਆ ਜਾ ਪਹਿਲਾਂ ਦੋ ਹੱਥ ਦੇਖ। ਰਾਜਾ ਹੰਕਾਰਿਆ ਹੋਇਆ ਭਾਈ ਉਦੈ ਸਿੰਘ ਦੇ ਸਾਹਮਣੇ ਆਇਆ। ਐ ਹੱਥੋਂ ਹੱਥੀ ਲੜਾਈ ਹੋਈ, ਇੱਕ ਦੂਜੇ ਦੇ ਉੱਤੇ ਵਾਰ ਕੀਤੇ, ਭਰਮਾਂ ਵਾਰ ਕੀਤਾ। ਪਹਾੜੀ ਰਾਜੇ ਨੇ 1 2 3 ਵਾਰ ਕੀਤੇ। ਜਦੋਂ ਕੋਈ ਵਾਰ ਨਾ ਚੱਲਿਆ, ਭਾਈ ਉਦੈ ਸਿੰਘ ਨੇ ਆਖਿਆ ਲੈ ਫਿਰ ਆਇਆ ਝੱਲ ਵਾਰ। ਸ੍ਰੀ ਸਾਹਿਬ ਸਰ ਕਰਕੇ ਜਦੋਂ ਚੱਲੀ, ਹਵਾ ਨੂੰ ਚੀਰਦੀ ਉਹਦੇ ਜਾ ਕੇ ਧੌਣ 'ਤੇ ਵੱਜੀ। ਧੌਣ ਲਾ ਕੇ ਉਹ ਮਾਰੀ ਜਿਵੇਂ ਸਾਧ ਸੰਗਤ ਜੀ ਬੇਲ ਨਾਲੋਂ ਕੱਦੂ ਵੱਢ ਕੇ ਦੂਰ ਸੁੱਟੀ ਦਾ। ਬੜੀ ਤੇਜ਼ੀ ਦੇ ਨਾਲ ਭਾਈ ਉਦੈ ਸਿੰਘ ਨੇ ਉਹਦੇ ਸੀਸ ਨੂੰ ਫਿਰ ਇਸ ਬਰਛੇ ਦੀ ਨੋਕ 'ਤੇ ਟੰਗਿਆ। ਤੁਸੀਂ ਦੇਖੋਗੇ ਘੋੜੇ 'ਤੇ ਸਵਾਰ ਹੋ ਕੇ ਜਦੋਂ ਭਾਈ ਸਾਹਿਬ ਗਏ ਨਾ, ਇਹਦੇ ਉੱਤੇ ਦੇਖੋ ਨੋਕ ਟੁੱਟੀ ਹੋਈ ਬਰਛੇ ਦੀ, ਇੱਦਾਂ ਪਿੱਛੋਂ ਵੀ ਮੁੱਠਾ ਟੁੱਟਿਆ ਹੋਇਆ। ਇਹ ਪਹਾੜੀਆਂ ਨੇ ਜਦੋਂ ਵੇਖਿਆ ਵੀ ਸਾਡੇ ਤੇ ਰਾਜੇ ਦਾ ਸਿਰ ਵੱਢ ਕੇ ਵੀ ਲੈ ਚੱਲਿਆ ਉਹਨਾਂ ਫਿਰ ਗੋਲੀਆਂ ਮਾਰੀਆਂ ਬੰਦੂਕ ਦੀਆਂ। ਭਾਈ ਉਦੈ ਸਿੰਘ 'ਤੇ ਨਾ ਲੱਗੀ, ਪਰ ਇਸ ਬਰਛੇ ਦੇ ਉੱਤੇ 2 ਥਾਂ ਗੋਲੀਆਂ ਦੇ ਫੈਰ ਅੱਜ ਵੀ ਹੈ। ਇਹ ਉਹ ਬਰਛਾ ਭਾਈ ਉਦੈ ਸਿੰਘ ਦੀ ਜਿੱਤ ਦੀ ਨਿਸ਼ਾਨੀ, ਅਣਖ ਦਾ ਪ੍ਰਤੀਕ, ਜਿਹਦਾ ਨਾਮ ਹੈ ਕਰਪਾ ਬਰਛਾ। ਆਪ ਜੀ ਦਰਸ਼ਨ ਕਰ ਰਹੇ ਹੋ। ਸੰਗਤ ਜੀ ਅੱਜ ਸ਼ਸਤਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਇਹਦਾ ਨਾਮ ਹੈ ਬੰਦੂਕ, ਤੋੜੀਦਾਰ ਬੰਦੂਕ। ਇਹਦੇ ਵਿੱਚ ਖਾਸੀਅਤ ਬੜੀ ਹੈ, ਇਹ ਤੋੜੇ ਨਾਲ ਵੀ ਚੱਲਦੀ ਹੈ ਅਤੇ ਘੋੜੇ ਨਾਲ ਵੀ ਚੱਲਦੀ ਹੈ। ਜਾਣੀ
ਟ੍ਰਿਗਰ ਨਾਲ ਵੀ ਚੱਲਦੀ ਹੈ, ਅੱਗੋਂ ਤੋੜਾ ਲਾ ਕੇ ਅੱਗ ਦਾ ਉੱਦਾਂ ਵੀ ਚੱਲਦੀ ਹੈ। ਇਹਦੇ ਉੱਤੇ ਉਰਦੂ ਅੱਖਰਾਂ 'ਚ ਲਿਖਿਆ ਕਾਰਖਾਨਾ ਲਾਹੌਰ। ਲਾਹੌਰ ਦੇ ਕਿਸੇ ਕਾਰੀਗਰ ਨੇ ਬਣਾਈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤੀ। ਬਹੁਤ ਕੀਮਤੀ ਹੈ, ਬੜਾ ਸਾਰਾ ਇਹਦੇ 'ਚ ਬਰੂਦ ਪੈ ਜਾਂਦਾ, ਮਾਰ ਬਹੁਤ ਹੈ ਇਹਦੀ। ਬੜੀ ਇਹਦੀ ਜਿਹੜੀ ਪਾਇਪ ਬੋਰ ਹੈ ਇਹਦਾ ਬੜਾ ਤਕੜਾ ਖੁੱਲ੍ਹਾ ਹੈ ਅਤੇ ਬੜੀ ਮਜ਼ਬੂਤ ਬਣੀ ਹੋਈ ਹੈ ਇਹਦੀ ਬੈਰਲ ਹੈ ਜਿਹੜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬਹੁਤ ਸਾਰੀਆਂ ਬੰਦੂਕਾਂ ਸਨ, ਬੜੀਆਂ ਕਮਾਲ ਦੀਆਂ। ਇਹਦੇ ਉੱਤੇ ਕਮਾਲ ਇਹ ਹੈ, ਇਹ ਸ਼ਿਸ਼ਤ ਬੰਨ੍ਹਣ ਵਾਲੀ ਬੰਦੂਕ ਹੈ। ਉੱਤੇ ਜਦੋਂ ਵੇਖੋਗੇ ਨਿਸ਼ਾਨੇ ਨੂੰ ਐਨ ਤਰੀਕੇ ਨਾਲ ਬਿੰਨਣ ਦੇ ਲਈ ਇਹਦੇ ਉੱਤੇ ਅਗਲੇ ਪਾਸੇ ਪੁਆਇੰਟ ਲੱਗਿਆ ਹੋਇਆ, ਪਿਛਲੇ ਪਾਸੇ ਲੱਗਿਆ, ਉਹਦੇ ਵਿੱਚ ਦੀ ਦੇਖ ਕੇ ਨਿਸ਼ਾਨਾ ਮਾਰ ਦਈਏ ਅਤੇ ਨਿਸ਼ਾਨਾ ਟਿਕਾਣੇ 'ਤੇ ਜਾ ਵੱਜਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਬੜੇ ਨਾਯਾਬ ਸ਼ਸਤਰਾਂ ਦੇ ਵਿੱਚੋਂ ਇੱਕ ਇਹ ਵੀ ਸ਼ਸਤਰ ਜਿਹਨੂੰ ਕਲਗੀਧਰ ਮਹਾਰਾਜ ਦੇ ਪਾਵਨ ਹਸਤ ਕਮਲਾਂ ਦੀ ਸ਼ੋਅ ਪ੍ਰਾਪਤ, ਨਾਮ ਹੈ ਇਸ ਦਾ ਬੰਦੂਕ। ਆਪ ਜੀ ਦਰਸ਼ਨ ਕਰ ਰਹੇ ਹੋ। ਸਤਿ ਸ਼੍ਰੀ ਅਕਾਲ। ਅੱਜ ਸ਼ਸਤਰ ਦੇ ਆਪ ਜੀ ਦਰਸ਼ਨ ਕਰ ਰਹੇ, ਉਹਦਾ ਨਾਮ ਹੈ ਸੈਫ। ਇਹ ਸੈਫ ਨੂੰ ਜਦੋਂ ਧਿਆਨ ਨਾਲ ਵੇਖਦੇ ਹਾਂ, ਇਹਦੇ ਉੱਤੇ ਇਸਲਾਮ ਧਰਮ ਦੇ ਅਨੁਸਾਰ ਜੋ ਪਾਕ ਪਵਿੱਤਰ ਗ੍ਰੰਥ ਹੈ ਕੁਰਾਨ, ਕੁਰਾਨ ਸ਼ਰੀਫ ਦੀਆਂ ਆਇਤਾਂ ਅਰਬੀ ਭਾਸ਼ਾ 'ਚ ਲਿਖੀਆਂ ਨੇ। ਇਸਲਾਮ ਧਰਮ ਦੇ ਚਿੰਨ੍ਹ, ਚੰਦਰਮਾ ਅਤੇ ਤਾਰੇ ਦਾ ਨਿਸ਼ਾਨ ਵੀ ਇਹਦੇ ਉੱਤੇ ਹੈ। ਕਿਉਂ? ਹੁਣ ਕਾਰਨ, ਇਹ ਸ਼ਸਤਰ ਹੈ ਜਿਹੜਾ ਇਹ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫਾਤਮਾ ਦੇ ਪਤੀ ਹਜ਼ਰਤ ਅਲੀ ਦਾ ਸ਼ਸਤਰ ਹੈ। ਹਜ਼ਰਤ ਮੁਹੰਮਦ ਸਾਹਿਬ ਦਾ ਨਹੀਂ ਹੈ। ਕਈ ਬੰਦੇ ਨਾ ਇਹ ਮਤਲਬ ਪ੍ਰਚਾਰ ਕਰ ਰਹੇ ਆ ਵੀ ਹਜ਼ਰਤ ਮੁਹੰਮਦ ਸਾਹਿਬ ਦਾ ਸ਼ਸਤਰ ਹੈ। ਨਹੀਂ, ਹਜ਼ਰਤ ਮੁਹੰਮਦ ਸਾਹਿਬ ਦਾ ਨਹੀਂ ਹੈ। ਉਹਨਾਂ ਦੇ ਦਾਮਾਦ, ਉਹਨਾਂ ਦੇ ਜਵਾਈ ਹਜ਼ਰਤ ਅਲੀ ਦਾ ਸ਼ਸਤਰ ਹੈ। ਹਜ਼ਰਤ ਅਲੀ ਤੋਂ ਬਾਅਦ ਉਹਨਾਂ ਦੇ ਪੁੱਤਰ ਹਸਨ ਅਤੇ ਹੁਸੈਨ ਨੇ ਵੀ ਇਹ ਸ਼ਸਤਰ ਨੂੰ ਕਰਬਲਾ ਦੇ ਜੰਗ 'ਚ ਵਰਤਿਆ। ਇਹ ਸ਼ਸਤਰ ਨੂੰ ਪੈਗੰਬਰੀ ਸ਼ਸਤਰ ਜਾਣ ਕੇ ਮੱਕੇ ਦੇ ਵਿੱਚ ਵੀ ਕਈ ਸਾਲ ਰੱਖਿਆ। ਲੋਕ ਹੱਜ ਕਰਨ ਜਾਂਦੇ ਸਨ, ਇਹ ਸ਼ਸਤਰ ਨੂੰ ਵੇਖਦੇ ਸਨ। ਔਰੰਗਜ਼ੇਬ ਜਿਸ ਵੇਲੇ ਮੱਕੇ ਹੱਜ ਕਰਨ ਲਈ ਗਿਆ, ਉੱਥੇ ਦੇ ਖਲੀਫਿਆਂ ਨੇ ਔਰੰਗਜ਼ੇਬ ਨੂੰ ਇਸ ਕਰਕੇ ਇਹ ਸ਼ਸਤਰ ਭੇਟ ਕੀਤਾ ਕਿ ਉਹਨੇ ਇਸਲਾਮ ਧਰਮ ਦਾ ਬਹੁਤ ਵੱਡਾ ਪ੍ਰਚਾਰ ਭਾਰਤ ਵਿੱਚ ਕੀਤਾ। ਉਹਨੇ ਜਿਵੇਂ ਪ੍ਰਚਾਰ ਕੀਤਾ ਉਹ ਆਪਾਂ ਜਾਣਦੇ ਹੀ ਹਾਂ, ਲੋਕਾਂ ਨੂੰ ਮਾਰਨਾ, ਧੱਕੇ ਨਾਲ। ਆਪਾਂ ਤਾਂ ਨਹੀਂ ਇਸ ਤਰ੍ਹਾਂ ਦੇ ਪ੍ਰਚਾਰ ਦੇ ਹੱਕ 'ਚ ਹਾਂ, ਪਰ ਉਹਨਾਂ ਦਾ ਕੋਈ ਮੰਨਣਾ ਇਹ ਸਵਾਬ ਹੋਏਗਾ ਵੀ ਜਿਵੇਂ ਮਰਜ਼ੀ ਲੋਕਾਂ ਨੂੰ ਧੱਕੇ ਨਾਲ ਬਣਾਓ, ਜਿਵੇਂ ਮਰਜ਼ੀ ਮੁਸਲਮਾਨ ਬਣਾਓ, ਬਸ ਫਲ ਮਿਲੂਗਾ, ਖੁਸ਼ ਹੁੰਦੇ ਹੋਣਗੇ। ਇਸ ਲਈ ਉਹਨਾਂ ਨੇ ਫਿਰ ਇਹ ਸ਼ਸਤਰ ਔਰੰਗਜ਼ੇਬ ਨੂੰ ਭੇਟਾ ਵਜੋਂ ਦਿੱਤਾ। ਔਰੰਗਜ਼ੇਬ ਉਹਨੂੰ ਆਪਣੇ ਨਾਲ ਲੈ ਆਇਆ ਭਾਰਤ ਵਿੱਚ। ਜਦੋਂ ਆਪਣੇ ਨਾਲ ਲੈ ਆਇਆ, ਇਹ ਫਿਰ ਸਾਧ ਸੰਗਤ ਜੀ ਉਹਨੇ ਲਿਆ ਕੇ ਆਪਣੇ ਤੋਸ਼ੇਖਾਨੇ 'ਚ ਰੱਖਿਆ। ਉਹਦੇ ਮਰਨ ਤੋਂ ਬਾਅਦ ਉਹਦੇ ਪੁੱਤਰਾਂ ਦੇ ਵਿੱਚ ਤਖਤ ਨੂੰ ਲੈ ਕੇ ਜੰਗ ਛਿੜ ਪਿਆ, ਯੁੱਧ ਛਿੜ ਪਿਆ। ਤਾਰਾ ਆਜ਼ਮ ਅਤੇ ਸ਼ਾਹ ਮੁਅੱਜ਼ਮ। ਸ਼ਾਹ ਮੁਅੱਜ਼ਮ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨੀ ਲੱਗਾ ਭਾਈ ਨੰਦ ਲਾਲ ਜੀ ਦੇ ਰਾਹੀਂ। ਭਾਈ ਨੰਦ ਲਾਲ ਜੀ ਦਾ ਗੁਰੂ ਘਰ ਨਾਲ ਬੜਾ ਪ੍ਰੇਮ ਸੀ। ਗੁਰੂ ਕੇ 52 ਕਵੀਆਂ 'ਚ ਇੱਕ ਕਵੀ ਸੀ। ਅਤੇ ਇਹ ਸ਼ਾਹ ਮੁਅੱਜ਼ਮ ਦੇ ਕੋਲ ਮੁਨਸ਼ੀ ਸੀ, ਉੱਚੇ ਅਹੁਦੇ ਉੱਤੇ ਸੀ। ਅਤੇ ਉਹਨੇ ਫਿਰ ਗੁਰੂ ਕਲਗੀਧਰ ਮਹਾਰਾਜ ਦੀ ਸਹਾਇਤਾ ਲਈ। ਗੁਰੂ ਕਲਗੀਧਰ ਜੀ ਨੇ ਉਹਦੀ ਸਹਾਇਤਾ ਕੀਤੀ ਅਤੇ ਜੰਗ ਜਿੱਤਿਆ ਉਹਨੇ। ਜਦੋਂ ਤਖਤ 'ਤੇ ਬੈਠਾ, ਆਗਰੇ ਦੇ ਵਿੱਚ ਉਹਦੀ ਤਾਜਪੋਸ਼ੀ ਹੋਈ ਅਤੇ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਉਹਨੇ ਸੱਦਿਆ। ਗੁਰੂ ਜੀ ਆਗਰੇ ਗਏ। ਉੱਥੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੋਰ ਜਿੱਥੇ ਬਹੁਤ ਸਾਰੀਆਂ ਵਸਤੂਆਂ ਭੇਟ ਕੀਤੀਆਂ, ਉੱਥੇ ਇੱਕ ਇਹ ਨਾਯਾਬ ਸ਼ਸਤਰ ਮਹਾਰਾਜ ਨੂੰ ਭੇਟ ਕਰਕੇ ਆਖਿਆ, ਗੁਰੂ ਜੀ ਇਹ ਸਾਡਾ ਪੈਗੰਬਰੀ ਸ਼ਸਤਰ ਹੈ। ਮੈਂ ਚਾਹੁੰਦਾ ਹਾਂ ਕਿ ਇਹ ਸ਼ਸਤਰ ਕਿਸੇ ਪੈਗੰਬਰ ਕੋਲ ਹੀ ਹੋਣਾ ਚਾਹੀਦਾ। ਮੇਰੀ ਨਜ਼ਰ ਵਿੱਚ ਤੁਹਾਡੇ ਤੋਂ ਵੱਡਾ ਪੈਗੰਬਰ ਦੁਨੀਆ 'ਤੇ ਕੋਈ ਨਹੀਂ, ਇਸ ਲਈ ਮੈਂ ਤੁਹਾਨੂੰ ਭੇਟ ਕਰਨਾ ਚਾਹੁੰਦਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਖਾਲਸੇ ਪੰਥ ਕੋਲ ਸ਼ੋਭਾ ਪਾ ਰਿਹਾ ਹੈ। ਨਾਮ ਹੈ ਇਸ ਦਾ ਸੈਫ। ਆਪ ਜੀ ਇਹਦੇ ਦਰਸ਼ਨ ਕਰ ਰਹੇ ਹੋ। ਭਾਈ ਸਾਹਿਬ ਦੇ ਸੱਜੇ ਹੱਥ ਅੰਦਰ ਜਿਸ ਸ਼ਸਤਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਸ਼ਸਤਰ ਦਾ ਨਾਮ ਹੈ ਸ਼ਮਸ਼ੀਰ ਤੇਗ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ਸਤਰ ਹੈ। ਇਹ ਸ਼ਮਸ਼ੀਰ ਤੇਗ
ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥੋਂ ਹੱਥੀ ਲੜਾਈ ਦੇ ਵਿੱਚ ਵਰਦੇ, ਜਦੋਂ ਸਾਹਮਣੇ ਆਉਣ ਵਾਲੇ ਸੂਰਮੇ ਦੇ ਸਰੀਰ 'ਤੇ ਲੋਹੇ ਦੀਆਂ ਜਾਲੀਆਂ ਦਾ, ਤਾਰਾਂ ਦਾ ਬਣਿਆ ਹੋਇਆ ਕੋਟ ਪਹਿਨਿਆ ਹੁੰਦਾ, ਉਹਨੂੰ ਕੱਟਣ ਦੇ ਕੰਮ ਇਹ ਸ਼ਸਤਰ ਆਉਂਦਾ ਸ਼ਮਸ਼ੀਰੇ ਤੇਗ। ਭਾਈ ਸਾਹਿਬ ਦੇ ਖੱਬੇ ਹੱਥ ਅੰਦਰ ਦਰਸ਼ਨ ਕਰ ਰਹੇ ਨੀਲੇ ਕਬਰ ਵਾਲੇ ਇਹ ਸ਼ਸਤਰ ਦੇ। ਇਹ ਜਿਹੜਾ ਸ਼ਸਤਰ ਹੈ ਇਹਦਾ ਨਾਮ ਹੈ ਦਾਹੇ ਆਹਨੀ। ਇਹ ਸਾਹਮਣੇ ਆਉਣ ਵਾਲੇ ਸੂਰਮੇ ਦੇ ਸਿਰ ਦੇ ਉੱਤੇ ਲੋਹੇ ਦੇ ਟੋਪ ਨੂੰ ਕੱਟਣ ਦੇ ਕੰਮ ਆਉਂਦਾ ਸੀ। ਐਸਾ ਭਰਮਾਂ ਵਾਰ ਇਹਦਾ ਕਰਦੇ ਸਨ। ਸਿਰ 'ਤੇ ਪਹਿਨੇ ਹੋਏ ਟੋਪ ਨੂੰ ਕੱਟ ਕੇ ਸਿਰ ਦੀ ਮਿੱਝ ਕੱਢ ਦਿਆ ਕਰਦੇ ਸਨ ਦਸ਼ਮੇਸ਼ ਪਿਤਾ। ਨਾਮ ਹੈ ਇਹਦਾ ਦਾਹੇ ਆਹਨੀ। ਔਰ ਦੂਸਰੇ ਪਾਸੇ ਸ਼ਮਸ਼ੀਰੇ ਤੇਗ ਆਪ ਜੀ ਦਰਸ਼ਨ ਕਰ ਰਹੇ ਹੋ। ਸਤਿ ਸ਼੍ਰੀ ਅਕਾਲ। ਗੁਰਸੰਗਤ ਜੀ, ਅੱਜ ਸ਼ਸਤਰ ਦੇ ਭਾਈ ਸਾਹਿਬ ਦੇ ਸੱਜੇ ਹੱਥ ਅੰਦਰ ਆਪ ਜੀ ਦਰਸ਼ਨ ਕਰ ਰਹੇ ਹੋ। ਇਹ ਸ਼ਸਤਰ ਦਾ ਨਾਮ ਹੈ ਸੁਨਹਿਰੀ ਚੱਕਰ। ਇਹ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਕਲਗੀਧਰ ਮਹਾਰਾਜ ਨੂੰ ਕਿਸੇ ਸਿੱਖ ਨੇ ਭੇਟ ਕੀਤਾ। ਇਹਦੇ ਉੱਤੇ ਜਪਜੀ ਸਾਹਿਬ ਦੀਆਂ 22 ਪੌੜੀਆਂ ਕਿਸੇ ਸਿੱਖ ਨੇ ਪ੍ਰੇਮ ਨਾਲ ਲਿਖੀਆਂ। ਗੁਰੂ ਕਲਗੀਧਰ ਜੀ ਇੰਨੇ ਪ੍ਰਸੰਨ ਹੋਏ। ਗੁਰੂ ਜੀ ਨੇ ਆਖਿਆ ਸੀ ਤੇ ਸ਼ਸਤਰ ਦਾ ਵੈਸੇ ਬੜਾ ਸਤਿਕਾਰ ਕਰਦੇ ਹਾਂ। ਇਹਦੇ ਉੱਤੇ ਤੇ ਗੁਰੂ ਨਾਨਕ ਦਾ ਰੂਪ ਜਪਜੀ ਸਾਹਿਬ ਦੀ ਬਾਣੀ ਲਿਖੀ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਦਮਾਲੇ 'ਤੇ ਸਜਾਇਆ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਦਮਾਲੇ ਨੂੰ ਸਜਾ ਕੇ ਇਸ ਚੱਕਰ ਨੂੰ ਆਪਣੇ ਦਸਤਾਰ ਉੱਤੇ ਸਜਾਇਆ ਕਰਦੇ। ਨਾਮ ਇਸ ਦਾ ਸੁਨਹਿਰੀ ਚੱਕਰ। ਆਪ ਜੀ ਦਰਸ਼ਨ ਕਰ ਰਹੇ। ਭਾਈ ਸਾਹਿਬ ਦੇ ਖੱਬੇ ਹੱਥ ਅੰਦਰ ਦਰਸ਼ਨ ਕਰ ਰਹੇ। ਢਾਲ ਗੈਂਡੇ ਦੀ ਖੱਲ ਦੀ ਬਣੀ ਹੋਈ ਹੈ, ਕਿਸੇ ਸਿੱਖ ਨੇ ਭੇਟ ਕੀਤੀ। ਉਸ ਸਮੇਂ ਦਾ ਕੋਈ ਵੀ ਸ਼ਸਤਰ ਇਹਦੇ ਵਿੱਚ ਦੀ ਨਹੀਂ ਸੀ ਲੰਘ ਸਕਦਾ। ਨਾਮ ਇਸ ਦਾ ਢਾਲ ਗੈਂਡੇ ਦੀ ਖੱਲ ਦੀ ਬਣੀ ਹੋਈ। ਭਾਈ ਸਾਹਿਬ ਦੇ ਹੱਥ ਅੰਦਰ ਦਰਸ਼ਨ ਕਰ ਰਹੇ। ਵੱਡਾ ਵਰਛਾ ਸੱਜੇ ਹੱਥ, ਦੂਜੇ ਪਾਸੇ ਬਰਛੀ। ਇਹ ਵਰਛਾ ਅਤੇ ਬਰਛੀ ਸਤਿਗੁਰੂ ਜੀ ਜੰਗਾਂ ਯੁੱਧਾਂ ਵਿੱਚ ਵਰਤਦੇ। ਬਰਛੀ ਨੂੰ ਕਈ ਵਾਰ ਹੱਥੋਂ ਛੱਡ ਕੇ ਅਸਤਰ ਦਾ ਕੰਮ ਵੀ ਲੈ ਲੈਂਦੇ। ਦੋਵੇਂ ਵਰਛਾ ਅਤੇ ਬਰਛੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਨ। ਸਤਿਗੁਰੂ ਜੀ ਹਾਥੀ ਅਤੇ ਘੋੜੇ 'ਤੇ ਸਵਾਰ ਹੋ ਕੇ ਇਹਨਾਂ ਨੂੰ ਦੇ ਨਾਲ ਮੈਦਾਨੇ ਜੰਗ ਵਿੱਚ ਇਹਨਾਂ ਨੂੰ ਵਰਤਦੇ ਸਨ। ਸੰਗਤ ਜੀ, ਭਾਈ ਸਾਹਿਬ ਦੇ ਹੱਥ ਅੰਦਰ ਦਰਸ਼ਨ ਕਰ ਰਹੇ। ਇਹ ਤੇਗਾ ਦਲ ਭੰਜਨ ਗੁਰਸੂਰਮਾ ਵੜ ਜੋਦਾ ਬਹੁ ਪਰਉਪਕਾਰੀ। ਇਹ ਤੇਗਾ ਲੰਬਾਈ ਇਸ ਦੀ 42 ਇੰਚ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਬਹੁਤ ਸਾਰੇ ਸ਼ਸਤਰ ਸਨ। ਕਈ ਸਾਰੇ ਤੇਗੇ ਸਨ, ਕਈ ਤੇਗਾਂ ਸਨ, ਸ਼ਮਸ਼ੀਰਾਂ ਸਨ, ਸ਼੍ਰੀ ਸਾਹਿਬਾਂ ਸਨ, ਧਨੁਸ਼ ਸਨ। ਉਹਨਾਂ ਵਿੱਚੋਂ ਇੱਕ ਇਹ ਸ਼ਸਤਰ ਜਿਹਦਾ ਨਾਮ ਤੇਗਾ ਹੈ। ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਭਾਈ ਸਾਹਿਬ ਦੇ ਸੱਜੇ ਹੱਥ ਅੰਦਰ ਦਰਸ਼ਨ ਕਰ ਰਹੇ ਹੋ। ਇਹ ਤੇਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ, ਜੋ ਕਰਤਾਰਪੁਰ ਦੀ ਜੰਗ ਦੇ ਵਿੱਚ ਪਹਿਲੀ ਵਾਰ ਉਹਨਾਂ ਯੁੱਧ ਲੜਿਆ। ਉਹਦੇ ਵਿੱਚ ਉਹਨਾਂ ਨੂੰ ਤੇਗ ਬਹਾਦਰ ਦਾ ਖਿਤਾਬ, ਲਕਬ ਵੀ ਦਿੱਤਾ। ਇਸ ਤੇਗ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਲਿਖਿਆ ਹੋਇਆ ਔਰ ਸੰਮਤ ਵੀ ਲਿਖਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਤੇਗ ਹੈ। ਆਪ ਜੀ ਦਰਸ਼ਨ ਕਰ ਰਹੇ ਹੋ। ਭਾਈ ਸਾਹਿਬ ਦੇ ਖੱਬੇ ਹੱਥ ਅੰਦਰ ਦਰਸ਼ਨ ਕਰ ਰਹੇ ਹੋ। ਇਹ ਸ਼੍ਰੀ ਸਾਹਿਬ, ਇਹਦੇ ਉੱਤੇ ਲਿਖਿਆ ਹੈ ਪਾਤਸ਼ਾਹੀ ਦਾਸ। ਦੂਜੇ ਪਾਸੇ ਲਿਖਿਆ ਹੋਇਆ ਹੈ ਸ਼੍ਰੀ ਭਗਉਤੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾਸ। ਗੁਰੂ ਜੀ ਦੇ ਸ਼ਸਤਰਾਂ 'ਤੇ ਵੀ ਸ਼੍ਰੀ ਭਗਉਤੀ ਸਹਾਏ ਲਿਖਿਆ ਹੋਇਆ। ਇਹ ਉਹਨਾਂ ਨਾਸਤਕਾਂ ਦੇ ਮੂੰਹ 'ਤੇ ਚਪੇੜ ਹੈ ਜਿਹੜੇ ਕਹਿੰਦੇ ਭਗਉਤੀ ਦੇਵੀ ਦਾ ਨਾਮ ਹੈ। ਮੇਰਾ ਖਿਆਲ ਆ ਕੋਈ ਗ੍ਰੰਥ ਨਹੀਂ ਪੜ੍ਹਦੇ, ਉਹ ਕੋਈ ਕੋਸ਼ ਨਹੀਂ ਪੜ੍ਹਦੇ, ਕੋਈ ਅਰਥ ਨਹੀਂ ਪੜ੍ਹਦੇ, ਕਿਉਂਕਿ ਪੈਸੇ ਉਹਨਾਂ ਨੂੰ ਪੜ੍ਹਨ ਦੇ ਨਹੀਂ ਮਿਲਦੇ। ਪੈਸੇ ਉਹਨਾਂ ਨੂੰ ਸ਼ੰਕਾ ਪਾਉਣ ਦੇ ਮਿਲਦੇ ਹੈ ਵੀ ਸ਼ੰਕੇ ਪਾਓ, ਪੈਸੇ ਲਓ, ਮਾਲਾ ਮਾਲ ਹੋ ਜਾਓ। ਇਸ ਲਈ ਉਹਨਾਂ ਨੂੰ ਨਾ ਕੋਈ ਪ੍ਰੂਫ ਨੂੰ ਮੰਨਦੇ, ਨਾ ਕੋਈ ਇਤਿਹਾਸਕ ਤੱਥ ਨੂੰ ਮੰਨਦੇ, ਨਾ ਉਹਨਾਂ ਨੇ ਦੇਖਣਾ, ਨਾ ਉਹਨਾਂ ਨੂੰ ਪਤਾ। ਸਾਡੇ ਵਰਗੇ ਲੋਕਾਂ ਦੇ ਮਨਾਂ 'ਚ ਸ਼ੰਕੇ ਪਾਈ ਜਾਂਦੇ। ਪਰ ਇਸ ਲਈ ਮੈਂ ਗੱਲ ਦੱਸੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼੍ਰੀ ਸਾਹਿਬ ਹੈ, ਇਹਦੇ ਉੱਤੇ ਲਿਖਿਆ ਹੋਇਆ ਹੈ। ਇੱਕ ਪਾਸੇ ਪਾਤਸ਼ਾਹੀ 10, ਦੂਜੇ ਪਾਸੇ ਲਿਖਿਆ ਸ਼੍ਰੀ ਭਗਉਤੀ ਸਹਾਏ
श्री गुरु गोबिंद सिंह और भाई साहब दिखा भी रहे आ पातशाही 10। तो ये श्री साहब गुरु गोबिंद सिंह महाराज सच्चे पातशाह जी ने राए कल्ले नूं रायकोट दे विच बख्शिश कीती सी। आप जी दर्शन कर रहे हो श्री गुरु गोबिंद सिंह महाराज जी श्री साहब। सत श्री अकाल। भाई साहब के सज्जे हाथ के अंदर जिस शस्त्र के दर्शन कर रहे हो ये शमशीर बाजां वाले पातशाह साहिब श्री गुरु गोबिंद सिंह महाराज की है। ये उत्ते गुरमुखी भाषा विच लिखा होया है श्री गुरु गोबिंद सिंह जी की कमर की तलवार है जी, वधी तीगती या देखती। कब्जे ते लिखा पातशाही 10 गुरु गोबिंद सिंह महाराज जी श्री साहब। भाई रामा ते भाई तलोका ने जिन्हां चमकौर की गढ़ी के शहीदों का संस्कार समेत बीबी शरण कौर का संस्कार बाद विच कीता। उन्हां अमृत छकिया दमदमा साहब हाज़र हो के। उन्होंने गुरु गोबिंद सिंह महाराज ने जिथे होर बख्शिशां नाल नवाजिया उत्थे एक ये पावन श्री साहब भेंट की है जिहदे आप जी दर्शन कर रहे हो। भाई साहब के खब्बे हाथ अंदर दर्शन कर रही शमशीर गुरु गोबिंद सिंह महाराज की। ये महाराजा रणजीत सिंह के नानके पिंड बडरुखा तो प्राप्त हुई। सिख कौम के राजा महाराजा सिंह साहिब राजा रणजीत सिंह जी उन्होंने बड़ा शौक से कि वो हर तरीके दे नाल बहुत हथ भी जोड़ने पै जाते उन्होंने, भावें कीमत भी देनी पै जाती। गुरु जी के पावन शस्त्रां हासिल करते सन, सत्कार नाल रखते सन। उन्होंने ये शस्त्र नूं भी हासिल किया। उन्होंने नानके पिंड बडरुखा तो शस्त्र प्राप्त होया संगरूर जिले में है। आप जी दर्शन कर रहे हो। सत श्री अकाल। संगत जी आप जी दर्शन कर रहे हो। ये शस्त्र का नाम है पाला। ये गुरु गोबिंद सिंह महाराज जी का शस्त्र है। ये लकड़ के दस्ते वाला है, बड़ा भारी ते फलादी बनया होया। लोहे च मार दो लोहे की चादर नूं पाड़ देगा। ये गुरु कलगीधर महाराज जी का है। हथों हथी लड़ाई में गुरु जी वरतते सन। आप जी दर्शन कर रहे हो। कई बार आनंदपुर साहिब जो महाराज जी आनंदपुर साहिब घूमते सन, शाम को सैर करते उदों हत्थां दे विच गुरु जी इनू रखिया करते सन। ये शस्त्र नाम है तो पाला। आप जी दर्शन कर रहे हो। कुछ शस्त्र होर भी है, मैं बेनती करांगा सिंह नूं कि उन्होंने भी दर्शन करा दिते जान। जदों घूमोगे आप जी इधरले पिछले पासे घूम के शस्त्रां दे दर्शन करोगे तो सामने देखोगे शीशे दे विच लकड़ दी कानियां वाले शस्त्र है, तीर है महाराज गुरु कलगीधर दे। सतगुरु गुरु गोबिंद सिंह जी उन्हां तीरां नूं वरतदे रहे। लोहे दी कानियां वाले तीर ने, वो भी आप जी दर्शन कर लो। तो नालों नाल एक लकड़ का कंघा सण केसी पिया। वो सण केसी जिहड़ा कंघा सी गुरु कलगीधर महाराज ने पीर बुद्धू शाह नूं बख्शिश कीता सी। उहदे भी आप जी दर्शन कर लो। तो नालों नाल गुरु जी की बाणी की पोथी है, गुरु जी का चोला, गुरु जी के घोड़े का चाबुक है, उहदे भी आप जी दर्शन कर सकते हो जदों इदां घूमोगे। तो कैमरे वाले सिंह भी दर्शन करा देंगे आप जी नूं। अज यत्न किया कि लाइव आप जी नूं सारिਆਂ नूं दर्शन करा दईए। दूर दराडी बैठियां संगतां ने, उन्हां दा मन तो बड़ा करदा आनंदपुर साहब आउण नूं, पर इस तरह की सिचुएशन बनी हुई है कि नहीं आ पाउंदे। कई ਸਿੰਘਾਂ ने बेनती की सी कि तुसीं जी लाइव सानूं दर्शन करवा दिओ महाराज दे शस्त्रां दे। सो नालों नाल सामने वाले शस्त्र और पिछे महाराज के शस्त्र जिहड़े पए आ शीशे के राही वो भी दर्शन कर सकते हो। सो बड़भागी हो जिहड़े गुरु चरणों में पहुँचे। सबनां नूं जीओ आइआं नूं। गुरु साहब आप सब की यात्रा सफल करन। होईआं भुल्लां दी खिमा। समूह संगत दा धन्नवाद जी। वलाओ फतेह। वाहिगुरू जी का खालसा वाहिगुरू जी की फतेह। राम कली।